ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਦੇ ਹਾਂ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਮੌਸਮ ਸੋਹਣਾ ਰਿਹਾ। ਸਵੇਰ ਦੇ ਵੇਲੇ ਤੋਂ ਲੈ ਕੇ ਦੁਪਹਿਰ ਤੱਕ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਪੈਂਦਾ ਰਿਹਾ, ਜਿਹਦੇ ਵਿੱਚ ਜਲੰਧਰ ਵੀ ਸ਼ਾਮਿਲ ਹੈ। ਮਾਲਵਾ ਖਿੱਤੇ ਦੇ ਅੱਧੇ ਕੁ ਹਿੱਸੇ ਦੇ ਵਿੱਚ ਮੀਂਹ ਪਿਆ ਕੱਲ੍ਹ ਤੇ ਅੱਧੇ ਕੁ ਹਿੱਸੇ ਦੇ ਵਿੱਚ ਬੱਦਲਵਾਈ ਰਹੀ ਆ, ਚਾਦਰ ਭਿਉਂ ਜਾ ਰਿਹਾ, ਯਾਨੀ ਕਿ ਕਿਣਮਣ ਹੋਈ ਆ, ਬਹੁਤਾ ਮੀਂਹ ਨਹੀਂ ਪਿਆ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 3 ਦਿਨ ਪੰਜਾਬ ਦੇ ਵਿੱਚ ਚੋਖਾ ਮੀਂਹ ਪੈ ਸਕਦਾ ਤੇ ਪੰਜਾਬ ਦੇ ਵਾਂਗ ਹੀ ਉੱਤਰੀ ਭਾਰਤ ਦੇ ਕਈ ਹੋਰ ਸੂਬਿਆਂ ਦੇ ਵਿੱਚ ਵੀ ਮੀਂਹ ਤੇ ਹਨੇਰੀ ਤੇਜ਼ ਆ ਸਕਦੀ ਹੈ। ਪਰ ਜੇਕਰ ਅਸੀਂ ਗੱਲ ਮਹਾਰਾਸ਼ਟਰ ਦੀ ਕਰਦੇ ਹਾਂ, ਉੱਥੇ ਮੀਂਹ ਲਗਾਤਾਰ ਪੈਣ ਦੇ ਕਰਕੇ ਜਨਜੀਵਨ ਬੇਹੱਦ ਪ੍ਰਭਾਵਿਤ ਹੋਇਆ। ਉੱਥੇ ਮਾਲੀ ਤੇ ਜਾਨੀ ਨੁਕਸਾਨ ਬੇਹੱਦ ਹੋਇਆ। 160 ਤੋਂ ਵੱਧ ਲੋਕਾਂ ਦੀ ਮੌਤ ਦੀ ਉੱਥੋਂ ਹੁਣ ਤੱਕ ਖਬਰ ਪ੍ਰਾਪਤ ਹੋਈ ਹੈ। ਕਿਸੇ ਦਾ ਲੈਂਟਰ ਡਿੱਗ ਪਿਆ, ਕਿਸੇ ਦੀ ਕੰਧ ਡਿੱਗ ਪਈ, ਕਿਤੇ ਦਰਖਤ ਡਿੱਗ ਪਿਆ, ਕਿਤੇ ਕੋਈ ਕਾਰਨ, ਕਿਤੇ ਕੋਈ ਕਾਰਨ, ਕਿਤੇ ਕੋਈ ਕਾਰਨ। 100 ਦੇ ਕਰੀਬ ਲੋਕ ਹਾਲੇ ਤੱਕ ਲਾਪਤਾ ਦੱਸੇ ਜਾ ਰਹੇ ਮਹਾਰਾਸ਼ਟਰ ਦੇ ਵਿੱਚ। ਦੂਜੀ ਗੱਲ ਹਿਮਾਚਲ ਪ੍ਰਦੇਸ਼ ਤੋਂ। ਹਿਮਾਚਲ ਪ੍ਰਦੇਸ਼ ਦੇ ਵਿੱਚ ਲੈਂਡ ਸਲਾਈਡਿੰਗ ਹੋਈ ਹੈ। ਪਤਾ ਲੱਗਾ ਜੀ ਕਿ ਟੈਂਪੂ ਟਰੈਵਲ ਦੇ ਵਿੱਚ ਕੁਝ ਲੋਕ ਜਾ ਰਹੇ ਸੀ, ਉੱਤੇ ਚਟਾਨਾਂ ਡਿੱਗ ਪਈਆਂ, ਜਿਹਦੇ ਕਰਕੇ 9 ਲੋਕਾਂ ਦੀ ਮੌਤ ਦੀ ਖਬਰ ਮਿਲੀ ਹੈ। ਕਈ ਲੋਕ ਜ਼ਖਮੀ ਵੀ ਹੋਏ ਆ। ਸੋ ਕਹਿਣ ਦਾ ਭਾਵ ਇਹ ਹੈ ਵੀ ਕੁਦਰਤ ਕਿਤੇ ਵਰਦਾਨ ਤੇ ਕਿਤੇ ਸਰਾਪ ਸਾਬਤ ਕਰ ਰਹੀ ਹੈ। ਸੋ ਪੰਜਾਬ ਦੇ ਵਿੱਚ ਮੌਸਮ ਸੋਹਣਾ ਬਣਿਆ ਹੋਇਆ, ਮੌਸਮ ਹੋਰ ਸੋਹਣਾ ਬਣੇ, ਪਰ ਕਿਸੇ ਦਾ ਜਾਨੀ ਤੇ ਮਾਲੀ ਨੁਕਸਾਨ ਦੁਨੀਆ ਦੇ ਵਿੱਚ ਕਿਤੇ ਵੀ ਨਾ ਹੋਵੇ, ਕੁਦਰਤ ਦੀ ਕਰੋਪੀ ਕਿਤੇ ਵੀ ਨਾ ਆਵੇ, ਇਹਦੀ ਅਸੀਂ ਆਪਸ ਦੇ ਅਰਦਾਸ ਕਰਦੇ ਹਾਂ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਕਿਸਾਨ ਅੰਦੋਲਨ ਦੇ ਨਾਲ ਜੁੜੀ ਹੋਈ ਹੈ। ਲੰਘੇ ਕੱਲ੍ਹ ਪੂਰੇ 8 ਮਹੀਨੇ ਹੋ ਗਏ, ਯਾਨੀ ਕਿ 26 ਜੁਲਾਈ ਨੂੰ ਪੂਰੇ 8 ਮਹੀਨੇ ਹੋ ਗਿਆ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਨੂੰ। ਇਹਨਾਂ 8 ਮਹੀਨਿਆਂ ਦੇ ਵਿੱਚ ਬਹੁਤ ਕੁਝ ਆਪਦੇ ਪਿੰਡੇ ਦੇ ਉੱਤੇ ਧੀਆਂ ਭੈਣਾਂ ਨੇ, ਬੱਚਿਆਂ ਨੇ, ਬਜ਼ੁਰਗਾਂ ਨੇ, ਜਵਾਨਾਂ ਨੇ ਹੰਢਾਇਆ। ਬਹੁਤ ਕੁਝ ਇਹਨਾਂ ਦੇ ਬਾਰੇ ਕਿਹਾ ਗਿਆ, ਬੜੀਆਂ ਇੱਜ਼ਤ ਨੂੰ ਮਿਹਣੇ ਦਿੱਤੇ ਗਏ ਆ, ਬਹੁਤ ਇਹਨਾਂ ਨੂੰ ਕੁਰੇਦਣ ਦੀ ਕੋਸ਼ਿਸ਼ ਕੀਤੀ ਗਈ ਆ, ਬਹੁਤ ਜ਼ਲੀਲ ਕੀਤਾ ਗਿਆ, ਬੇਹੱਦ ਬੇਇੱਜ਼ਤੀ ਕੀਤੀ ਗਈ ਹੈ। ਪਰ ਡਟੇ ਹੋਏ ਲੋਕ ਆ ਜਿਹੜੇ, ਉਹ ਕਹਿੰਦੇ ਅਸੀਂ ਪਿੱਛੇ ਨਹੀਂ ਹਟਦੇ। ਜਿੰਨਾ ਤੁਸੀਂ ਮਾੜਾ ਸਾਨੂੰ ਕਹਿਣਾ ਉਹ ਕਹਿ ਵੀ ਲਿਆ, ਹੋਰ ਵੀ ਬੜਾ ਮਾੜਾ ਕਹੋਗੇ, ਪਰ ਅਸੀਂ ਜਿੱਤੇ ਤੋਂ ਬਿਨਾਂ ਵਾਪਸ ਨਹੀਂ ਆਉਣਾ। ਲੰਘੇ ਕੱਲ੍ਹ ਔਰਤਾਂ ਨੇ ਕਿਸਾਨ ਸੰਸਦ ਲਾਈ ਹੈ। ਜੰਤਰ ਮੰਤਰ ਦੇ ਚਰਚ ਵਾਲੇ ਪਾਸੇ ਜੋ ਕਿਸਾਨ ਸੰਸਦ ਹਰ ਰੋਜ਼ ਲੱਗਦੀ ਹੈ, ਲੰਘੇ ਕੱਲ੍ਹ 200 ਔਰਤਾਂ ਗਈਆਂ ਸੀ। ਉਹਨਾਂ ਔਰਤਾਂ ਦੇ ਵੱਲੋਂ ਕੱਲੇ ਖੇਤੀ ਕਾਨੂੰਨ ਦੇ ਉੱਤੇ ਨੁਕਤੇ ਵੀ ਸਾਂਝੇ ਕੀਤੇ ਗਏ ਆ, ਖੂਬ ਵਿਚਾਰ ਚਰਚਾ ਵੀ ਹੋਈ ਹੈ। ਯਾਨੀ ਕਿ ਔਰਤਾਂ ਨੇ ਇਹ ਗੱਲ ਦੱਸੀ ਹੈ ਕੇਂਦਰ ਦੀ ਸਰਕਾਰ ਨੂੰ, ਖਾਸ ਕਰਕੇ ਪਾਰਲੀਮੈਂਟ ਦੇ ਵਿੱਚ ਬੈਠੇ ਹੋਏ ਨੁਮਾਇੰਦਿਆਂ ਨੂੰ ਤੇ ਖਾਸ ਕਰਕੇ ਸੱਤਾਧਾਰੀ ਧਿਰ ਨੂੰ, ਕਿਉਂਕਿ ਜਿਹੜੀ ਥਾਂ ਦੇ ਉੱਤੇ ਕਿਸਾਨ ਸੰਸਦ ਲੱਗਦੀ ਹੈ, ਇੱਥੋਂ ਸਿਰਫ 200 ਮੀਟਰ ਦੀ ਦੂਰੀ ਦੇ ਉੱਤੇ ਪਾਰਲੀਮੈਂਟ ਹੈ, ਜਿੱਥੇ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਬੈਠਦੇ ਆ। ਔਰਤਾਂ ਨੇ ਇਹ ਗੱਲ ਦੱਸੀ ਹੈ ਕੇਂਦਰ ਦੀ ਸਰਕਾਰ ਨੂੰ ਕਿ ਅਸੀਂ ਵੀ ਪਿੱਛੇ ਨਹੀਂ ਆ। ਜੇ ਤੁਸੀਂ ਇਹ ਸੋਚਦੇ ਹੋ ਕਿ ਅਸੀਂ ਵਾਪਸ ਚਲੇ ਜਾਵਾਂਗੇ ਬਾਰਡਰਾਂ ਤੋਂ, ਅਸੀਂ ਵਾਪਸ ਜਾਣ ਵਾਲਿਆਂ ਦੇ ਵਿੱਚੋਂ ਨਹੀਂ ਆ। ਅਸੀਂ ਅੱਗੇ ਤੋਂ ਅੱਗੇ ਵਧਾਂਗੇ, ਅਸੀਂ ਤੁਹਾਡੀਆਂ ਚੂਲਾਂ ਹਿਲਾ ਦਿਆਂਗੇ, ਅਸੀਂ ਤੁਹਾਡੀਆਂ ਕੁਰਸੀਆਂ ਨੂੰ ਬਿਲਕੁਲ ਖਿੱਚ ਲਾਂਗੇ ਤੇ ਇਸ ਤਰੀਕੇ ਦੇ ਨਾਲ ਤੁਹਾਨੂੰ ਅਸੀਂ ਆਉਂਦੇ ਸਮੇਂ ਦੇ ਵਿੱਚ ਦਿਨ ਦੇ ਵੇਲੇ ਤਾਰੇ ਦਿਖਾਵਾਂਗੇ। ਪਰ ਮੈਨੂੰ ਨਿੱਜੀ ਤੌਰ ਦੇ ਉੱਤੇ ਇੱਕ ਬਿਆਨ ਨੇ ਬਹੁਤ ਵੱਡਾ ਝਟਕਾ ਦਿੱਤਾ। ਮੈਨੂੰ ਬਹੁਤ ਦੁੱਖ ਹੋਇਆ ਇਸ ਗੱਲ ਦੇ ਉੱਤੇ। ਨਰਿੰਦਰ ਸਿੰਘ ਤੋਮਰ ਪੱਤਰਕਾਰਾਂ ਨੂੰ ਇਹ ਗੱਲ ਕਹਿੰਦੇ ਆ। ਉਹ ਕਹਿੰਦੇ ਜੀ संसद तो एक ही होती है जो लोगों के द्वारा चुनी जाती है। लोग नुमाइंदों को चुनते हैं, वो पार्लियामेंट में बैठते, ये कोई संसद थोड़ी है, ये तो किसान वैसे ही बैठे हैं, ये तो हमारे साथ बातचीत करके नहीं राजी। उन्होंने कहने का भाव यह है भी संसद सिर्फ ਉਹੀ ਆ ਜਿਹਦੇ ਵਿੱਚ ਅਸੀਂ ਬਹਿੰਦੇ ਆ, ਪਰ ਭੇਜਣ ਵਾਲੇ ਕੌਣ ਆ? ਸੰਸਦ ਦੇ ਵਿੱਚ ਨੁਮਾਇੰਦੇ ਚੁਣ ਕੇ ਭੇਜਣ ਵਾਲੇ ਕੌਣ ਆ? ਬਾਰਡਰਾਂ ਦੇ ਉੱਤੇ ਬੈਠੇ ਹੋਏ ਲੋਕ ਵੀ ਉਹਨਾਂ ਦੇ ਵਿੱਚੋਂ ਇੱਕ ਆ, ਕਿਸਾਨ ਮਜ਼ਦੂਰ ਵੀ ਉਹਨਾਂ ਲੋਕਾਂ ਦੇ ਵਿੱਚੋਂ ਇੱਕ ਆ। ਹਾਲਾਂਕਿ ਭਾਰਤ ਦੇ ਸਾਰੇ ਵਰਗਾਂ ਨੇ ਵੋਟਾਂ ਕਿਸੇ ਵੀ ਪਾਰਟੀ ਨੂੰ ਪਾਈਆਂ ਹੋ ਸਕਦੀਆਂ, ਪਰ ਕਿਸਾਨਾਂ ਦੇ ਵਿੱਚੋਂ ਵੀ ਵੱਡੀ ਗਿਣਤੀ ਦੇ ਵਿੱਚ ਸ਼ਾਇਦ ਇਹੋ ਜਿਹੇ ਜਿਹਨਾਂ ਨੇ ਵੋਟਾਂ ਪਾਈਆਂ ਹੋਣ। ਪਰ ਉਹ ਇਹ ਗੱਲ ਕਹਿੰਦੇ ਵੀ ਅਸੀਂ ਜੋ ਬੈਠੇ ਹਾਂ ਸਾਰਾ ਕੁਝ ਅਸੀਂ ਹਾਂ, ਹੋਰ ਕੋਈ ਇੱਥੇ ਸੰਸਦ ਨਹੀਂ ਗੀ, ਅਸੀਂ ਜੋ ਕਰਦੇ ਹਾਂ ਉਹ ਸਭ ਕੁਝ ਠੀਕ ਹੈ। ਤੇ ਤੋਮਰ ਸਾਹਿਬ ਨੂੰ ਜੇਕਰ ਇਹ ਸਵਾਲ ਕੀਤਾ ਜਾਵੇ ਵੀ ਤੁਹਾਡੀ ਸੰਸਦ ਦੇ ਵਿੱਚ ਜਿੱਥੇ ਤੁਸੀਂ ਬੈਠੇ ਆ, ਤੁਹਾਡੇ ਕੋਲੇ ਰਿਕਾਰਡ ਹੈ ਨਹੀਂਗਾ ਵੀ ਭਾਈ ਕਿੰਨੇ ਕਿਸਾਨ ਤੇ ਮਜ਼ਦੂਰ ਹੁਣ ਤੱਕ ਮੌਤ ਦੀ ਬੁੱਕਲ 'ਚ ਪੈ ਗਏ, ਕਿੰਨਿਆਂ ਦੀਆਂ ਸ਼ਹੀਦੀਆਂ ਹੋਈਆਂ। ਤੁਹਾਡੇ ਕੋਲੇ ਇਹ ਰਿਕਾਰਡ ਹੈ ਨਹੀਂ ਵੀ ਨੋਟਬੰਦੀ ਦੇ ਕਰਕੇ ਕਿੰਨੇ ਲੋਕ ਮਾਰੇ ਗਏ। ਤੁਹਾਡੇ ਕੋਲੇ ਇਹ ਰਿਕਾਰਡ ਹੈ ਨਹੀਂ ਵੀ ਕਰੋਨਾ ਮਹਾਮਾਰੀ ਦੇ ਵਿੱਚ ਕਿੰਨੇ ਲੋਕਾਂ ਦੀ ਮੌਤ ਆਕਸੀਜਨ ਦੀ ਘਾਟ ਦੇ ਕਰਕੇ ਹੋਈ ਹੈ। ਇਹ ਮੈਂ ਨਹੀਂ ਕਹਿੰਦਾ, ਪਾਰਲੀਮੈਂਟ ਦੇ ਵਿੱਚ ਤੁਸੀਂ ਤੇ ਤੁਹਾਡੇ ਮੰਤਰੀਆਂ ਨੇ, ਤੁਹਾਡੇ ਨੁਮਾਇੰਦਿਆਂ ਨੇ ਇਹ ਗੱਲਾਂ ਕਹੀਆਂ ਵੀ ਸਾਡੇ ਕੋਲੇ ਰਿਕਾਰਡ ਹੈ ਨਹੀਂ, ਤੇ ਫਿਰ ਤਾਂ ਗਲਤੀ ਲੋਕਾਂ ਦੀ ਹੈ, ਕਿਉਂਕਿ ਤੁਹਾਨੂੰ ਚੁਣ ਕੇ ਭੇਜਿਆ, ਤੁਸੀਂ ਕੋਈ ਰਿਕਾਰਡ ਹੀ ਨਹੀਂ ਰੱਖਿਆ, ਤੁਸੀਂ ਕਦੇ ਕਿਸੇ ਦੀ ਪੀੜ ਨੂੰ ਆਪਣੀ ਪੀੜ ਸਮਝਿਆ ਹੀ ਨਹੀਂ। ਤੇ ਹੁਣ ਜਿਹੜੇ ਲੋਕ ਆਪਣਾ ਹੱਕ ਲੈਣ ਦੇ ਲਈ ਬੈਠੇ ਆ, ਉਹਨਾਂ ਨੂੰ ਆਪਾਂ ਕਹਿੰਦੇ ਵੀ ਇਹ ਕੌਣ ਸੀ ਸੰਸਦ ਹੈ? ਇਹ ਤਾਂ ਕੋਈ ਸੰਸਦ ਹੀ ਨਹੀਂ ਹੈ, ਇਹ ਤਾਂ ਬਾਤਚੀਤ ਕਰਨੇ ਕੇ ਲਈ ਰਜ਼ਾਮੰਦੀ ਨਹੀਂ ਹੈ। ਸੋ ਹੁਣ ਇਸ ਵਕਤ ਕਿਸਾਨਾਂ ਨੂੰ ਕਲਪਾਇਆ ਜਾ ਰਿਹਾ। ਪਰ ਔਰਤਾਂ ਨੇ ਵੀ ਇਹ ਗੱਲ ਕਹੀ ਹੈ ਜੀ ਕਿ ਅਸੀਂ ਪੰਜੀ ਦਾ ਪੌਂਡ ਦਿਖਾ ਕੇ ਮੁੜਾਂਗੀਆਂ, ਅਸੀਂ ਵਾਪਸ ਨਹੀਂ ਜਾਂਦੇ। ਉਧਰੋਂ ਰਾਕੇਸ਼ ਟਕੈਤ ਹੋਰਾਂ ਨੇ ਗੱਲ ਕਹਿਤੀ ਹੈ ਵੀ ਜਿਵੇਂ ਕਿ ਦਿੱਲੀ ਦੇ ਵਿੱਚ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਆ 8 ਮਹੀਨਿਆਂ ਤੋਂ, ਆਉਂਦੇ ਸਮੇਂ ਦੇ ਵਿੱਚ ਲਖਨਊ ਨੂੰ ਅਸੀਂ ਦੂਜੀ ਦਿੱਲੀ ਬਣਾ ਦੇਣਾ।
ਕਹਿਣ ਦਾ ਭਾਵ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਸ ਤਰੀਕੇ ਨਾਲ ਬਾਰਡਰਾਂ ਦੇ ਉੱਤੇ ਦਿੱਲੀ ਦੇ ਵਿੱਚ ਕਿਸਾਨ ਬੈਠੇ ਆ, ਲਖਨਊ ਦੇ ਵਿੱਚ ਅਸੀਂ ਹੁਣ ਪੱਕੇ ਡੇਰੇ ਲਾ ਲੈਣੇ ਆ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਲਖਨਊ ਦੇ ਤੇ ਆਲੇ ਦੁਆਲੇ ਦੇ ਖੇਤਰ ਦੇ ਸਾਰੇ ਅਸੀਂ ਰਸਤੇ ਬੰਦ ਕਰ ਦੇਣੇ ਆ। ਪਰ ਇਹਨਾਂ ਸਾਰੀਆਂ ਗੱਲਾਂ ਤੋਂ ਡਰੀ ਹੋਈ ਹੈ ਜਿਹੜੀ ਕੇਂਦਰ ਦੀ ਸਰਕਾਰ। ਬੀਜੇਪੀ ਇਸ ਕਦਰ ਡਰ ਗਈ ਹੈ ਵੀ ਉਹਨੂੰ ਸਮਝ ਨਹੀਂ ਆਉਂਦੀ ਅਸੀਂ ਕੀ ਫੈਸਲਾ ਕਰੀਏ। ਤੇ ਵਿੱਚੋਂ ਖਬਰ ਨਿਕਲ ਕੇ ਇਹ ਆ ਰਹੀ ਹੈ ਵੀ ਗੁਜਰਾਤ ਦੀਆਂ ਚੋਣਾਂ ਵੀ ਯੂਪੀ ਦੀਆਂ ਚੋਣਾਂ ਦੇ ਨਾਲ ਹੀ ਹੋ ਸਕਦੀਆਂ, ਕਿਉਂਕਿ ਭਰੋਸੇਯੋਗ ਸੂਤਰ ਇਹ ਗੱਲ ਦੱਸਦੇ ਆ ਵੀ ਏਜੰਸੀਆਂ ਦੇ ਵੱਲੋਂ ਬੀਜੇਪੀ ਨੂੰ ਇਸ ਵਕਤ ਰਿਪੋਰਟਿੰਗ ਕੀਤੀ ਗਈ ਹੈ ਵੀ ਉੱਤਰਾਖੰਡ, ਪੰਜਾਬ ਤੇ ਯੂਪੀ ਦੇ ਵਿੱਚ ਬਹੁਤਾ ਚੰਗਾ ਹਾਲ ਹੋਣ ਦੀ ਆਸ ਨਹੀਂ ਆ, ਜਿਹੜੀਆਂ 6 ਮਹੀਨੇ ਬਾਅਦ ਵੋਟਾਂ ਪੈਣੀਆਂ। ਜੇ ਮੰਨ ਲਓ ਇਹਨਾਂ 3 ਸੂਬਿਆਂ ਦੇ ਵਿੱਚ ਧੋਬੀ ਪਟਕਾ ਲੱਗ ਜਾਂਦਾ ਬੀਜੇਪੀ ਨੂੰ, ਉਸ ਤੋਂ ਬਾਅਦ ਗੁਜਰਾਤ ਦੀਆਂ ਚੋਣਾਂ ਹੋਣੀਆਂ। ਇਹਦਾ ਮਤਲਬ ਇਹ ਆ ਵੀ ਉਹਨਾਂ ਚੋਣਾਂ ਤੱਕ ਤਾਂ ਇਹ ਧਾਰਨਾ ਬਣ ਜਾਣੀ ਆ ਵੀ ਬੀਜੇਪੀ ਦਾ ਤਾਂ ਕੰਮ ਹੋ ਗਿਆ, ਤੇ ਜਦੋਂ ਧਾਰਨਾ ਬਣ ਜੇ ਤਾਂ ਫਿਰ ਹੋਰ ਵੀ ਖਤਰਨਾਕ ਕੰਮ ਹੋ ਜਾਂਦਾ। ਇਸ ਕਰਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਗੁਜਰਾਤ ਦੀਆਂ ਚੋਣਾਂ ਵੀ ਯੂਪੀ ਦੀਆਂ ਚੋਣਾਂ ਦੇ ਨਾਲ ਹੀ ਕਰਵਾ ਦਿੱਤੀਆਂ ਜਾਣ, ਤਾਂ ਜੋ ਸਾਰਾ ਕੰਮ ਕਾਜ ਜਿਹੜਾ ਉਹ ਵਿੱਚ ਰੌਲੇ ਗੋਲੇ ਜਿਹੇ ਕੰਮ ਖਤਮ ਹੋ ਜੇ, ਕਿਤੇ ਕੋਈ ਬਾਹਲਾ ਨੈਗੇਟਿਵ ਬਾਹਲਾ ਮਾੜਾ ਪ੍ਰਭਾਵ ਨਾ ਜਾਵੇ। ਪਰ ਜੀਂਦ ਖੇਤਰ ਦੇ ਵਿੱਚੋਂ ਇੱਕ ਖਬਰ ਆਈ ਹੈ, ਜੀਂਦ ਦੇ ਵਿੱਚ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਵੀ ਅਸੀਂ ਟਰੈਕਟਰ ਮਾਰਚ ਕੱਢਾਂਗੇ। ਜਿਵੇਂ ਕਿ 26 ਜਨਵਰੀ ਦੇ ਮੌਕੇ ਕੱਢਿਆ, ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ, ਪੂਰੇ ਇਲਾਕੇ ਦੇ ਵਿੱਚ, ਨੇੜਲੇ ਤੇੜਲੇ ਸਾਰੇ ਖੇਤਰਾਂ ਦੇ ਵਿੱਚ ਟਰੈਕਟਰ ਮਾਰਚ ਕੱਢਾਂਗੇ। ਅਸੀਂ ਤਿਰੰਗਾ ਵੀ ਲਾਵਾਂਗੇ, ਅਸੀਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਲਾਵਾਂਗੇ। ਅਸੀਂ ਕਿਸੇ ਵੀ ਨੇਤਾ ਨੂੰ ਹਰਿਆਣੇ ਦੇ ਵਿੱਚ 15 ਅਗਸਤ ਦੇ ਮੌਕੇ ਝੰਡਾ ਲਹਿਰਾਉਣ ਨਹੀਂ ਦੇਣਾ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜੇਕਰ ਇਹ ਸਾਨੂੰ ਐਵੇਂ ਸਮਝਦੇ ਆ ਤਾਂ ਫਿਰ ਅਸੀਂ ਹੁਣ ਦੱਸਾਂਗੇ ਵੀ ਅਸੀਂ ਐਵੇਂ ਆ ਕਿ ਸੱਚੀ ਮੁੱਚੀ ਸਾਡੇ ਪੱਲੇ ਕੁਝ ਹੈਗਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। 2022 ਵਰ੍ਹਾ ਭਾਰਤ ਦੇ ਵਿੱਚ ਚੋਣਾਂ ਦੇ ਲਿਹਾਜ਼ ਨਾਲ ਮਹੱਤਵਪੂਰਨ ਵਰ੍ਹਾ ਹੋਣ ਜਾ ਰਿਹਾ। ਅਗਲੇ ਸਾਲ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ ਸਮੇਤ ਕਈ ਹੋਰ ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ। ਇਹਨਾਂ ਚੋਣਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੇ ਸੈਮੀਫਾਈਨਲ ਦੇ ਤੌਰ ਤੇ ਵੇਖਿਆ ਜਾ ਰਿਹਾ। ਇੱਕ ਹਿੰਦੀ ਅਖਬਾਰ ਦੇ ਵਿੱਚ ਛਪੀ ਰਿਪੋਰਟ ਦੇ ਮੁਤਾਬਕ ਯੂਪੀ ਦੇ ਨਾਲ ਗੁਜਰਾਤ ਦੇ ਵਿੱਚ ਵੀ ਫਰਵਰੀ ਜਾਂ ਮਾਰਚ ਮਹੀਨੇ ਚੋਣਾਂ ਹੋ ਸਕਦੀਆਂ ਨੇ। ਅਖਬਾਰ ਦੇ ਵਿੱਚ ਲਿਖਿਆ ਗਿਆ ਕਿ ਭਾਜਪਾ ਇਸ ਵਾਰ ਚੋਣਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾਂ ਵੀ ਲੜ ਸਕਦੀ ਹੈ। ਚਰਚਾ ਹੈ ਕਿ ਬੀਜੇਪੀ ਨੂੰ ਯੂਪੀ, ਉੱਤਰਾਖੰਡ ਤੇ ਪੰਜਾਬ ਦੇ ਵਿੱਚ ਹਾਰਨ ਦਾ ਡਰ ਹੈ। ਇਸ ਦਾ ਅਸਰ ਗੁਜਰਾਤ ਚੋਣਾਂ ਦੇ ਉੱਤੇ ਪੈ ਸਕਦਾ ਹੈ। ਮੰਨਿਆ ਜਾ ਰਿਹਾ ਕਿ ਯੂਪੀ ਦੇ ਵਿੱਚ ਪਹਿਲਾਂ ਚੋਣਾਂ ਹੋਣੀਆਂ ਸਨ ਤੇ ਇਸ ਦੇ ਨਤੀਜੇ ਚੰਗੇ ਨਾ ਰਹੇ ਤਾਂ ਇਸ ਦਾ ਅਸਰ ਗੁਜਰਾਤ ਦੀਆਂ ਚੋਣਾਂ ਦੇ ਉੱਤੇ ਪੈ ਸਕਦਾ ਹੈ। ਇਸ ਲਈ ਦੋਵੇਂ ਸੂਬਿਆਂ ਦੇ ਵਿੱਚ ਇੱਕੋ ਸਮੇਂ ਚੋਣਾਂ ਕਰਾਉਣ ਬਾਰੇ ਵਿਚਾਰਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਗੁਜਰਾਤ ਦੇ ਵਿੱਚ ਮੰਤਰੀ ਮੰਡਲ ਦੇ ਵਿਸਥਾਰ ਜਾਂ ਲੀਡਰਸ਼ਿਪ ਦੇ ਵਿੱਚ ਤਬਦੀਲੀ ਦੀ ਥਾਂ ਵਿਧਾਨ ਸਭਾ ਭੰਗ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਗੁਜਰਾਤ ਦੇ ਵਿੱਚ ਸੂਬੇ ਦੀ ਕਮਾਨ ਯਾਨੀ ਕਿ ਭਾਜਪਾ ਦੀ ਕਮਾਨ CR ਪਾਟਿਲ ਦੇ ਹੱਥ ਦੇ ਵਿੱਚ ਹੈ। ਪਾਟਿਲ ਦਾ ਪੱਤਾ ਗੁਜਰਾਤ ਦੇ ਵਿੱਚ ਸਫਲ ਨਹੀਂ ਹੋਇਆ। ਪਹਿਲਾਂ ਤੋਂ ਨਾਰਾਜ਼ ਕਾਰਕੁਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ, ਪਰ ਉਹਨਾਂ ਦੇ ਕੰਮ ਦੇ ਵਿੱਚ ਹੁਣ ਢਿੱਲ ਵੇਖੀ ਗਈ ਹੈ। ਪਾਰਟੀ ਮਹਿਸੂਸ ਕਰ ਰਹੀ ਹੈ ਕਿ ਇਹ ਆਪਸੀ ਤਾਲਮੇਲ ਤੇ ਕੰਮ ਦੇ ਵਿੱਚ ਢਿੱਲ ਦਾ ਨਤੀਜਾ ਚੋਣਾਂ ਦੇ ਵਿੱਚ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ 2002 ਦੇ ਵਿੱਚ ਗੁਜਰਾਤ ਵਿੱਚ ਗੋਧਰਾ ਦੰਗਿਆਂ ਤੋਂ ਬਾਅਦ ਵੀ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਸੀ। 2002 ਦੇ ਵਿੱਚ ਚੋਣਾਂ ਸ਼ਡਿਊਲ ਤੋਂ 8 ਮਹੀਨੇ ਪਹਿਲਾਂ ਕਰਵਾਈਆਂ ਗਈਆਂ ਸਨ ਤੇ 2002 ਦੇ ਵਿੱਚ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਾਰੇ ਸਵਾਲ ਸਨ, ਪਰ ਉਦੋਂ ਨਰਿੰਦਰ ਮੋਦੀ ਦੀ ਹਰਮਨ ਪਿਆਰਤਾ ਤੇ ਹਿੰਦੂਤਵ ਦੋਵਾਂ ਨੇ ਭਾਜਪਾ ਨੂੰ ਲਾਭ ਪਹੁੰਚਾਇਆ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਸ ਵਕਤ ਬੀਜੇਪੀ ਅੰਦਰੋਂ ਤਾਂ ਕੰਬੀ ਹੋਈ ਹੈ, ਪਰ ਉਹ ਆਪਣੇ ਇਸ ਕਾਂਬੇ ਨੂੰ ਪ੍ਰਗਟ ਨਹੀਂ ਕਰ ਰਹੀ। ਉਹ ਆਪਣੇ ਇਸ ਕਾਂਬੇ ਨੂੰ ਸ਼ੋਅ ਨਹੀਂ ਕਰ ਰਹੀ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਡਰ ਹੈ ਵੀ ਜਿਹੜਾ ਅਸੀਂ 56 ਇੰਚ ਦੀ ਛਾਤੀ ਵਾਲਾ ਪ੍ਰਭਾਵ ਬਣਾਇਆ ਕਿ 56 ਇੰਚ ਦੀ ਛਾਤੀ ਦਾ ਟੱਕਰ ਲੈ ਲੈਂਦੀ ਆ, ਅਸੀਂ ਤਾਂ ਠੋਕ ਕੇ ਰੱਖ ਦਿੰਦੇ ਹਾਂ, ਅਸੀਂ ਆਹ ਕਰ ਦਿੰਦੇ ਹਾਂ, ਅਸੀਂ ਤਾਂ ਦੰਦਲ ਪਾ ਦਿੰਦੇ ਹਾਂ ਵੱਖ-ਵੱਖ ਦੇਸ਼ਾਂ ਨੂੰ। ਉਹ ਸਾਰਾ ਪ੍ਰਭਾਵ ਕਿਤੇ ਮਰ ਮਿਟ ਨਾ ਜਾਵੇ, ਮੁੱਕ ਨਾ ਜਾਵੇ, ਇਸ ਗੱਲ ਕਰਕੇ ਆਪਦੇ ਡਰ ਨੂੰ ਅੰਦਰੋਂ ਅੰਦਰੀ ਲੁਕੋ ਕੇ ਰੱਖਿਆ ਜਾ ਰਿਹਾ। ਨਹੀਂ ਤਾਂ ਕਿਹੜੀ ਸਰਕਾਰ ਆ ਜਿਹੜੀ ਕਿ ਇੱਕ ਸੂਬਾ ਵੀ ਆਪਦੇ ਹੱਥ ਦੇ ਵਿੱਚ ਗਵਾਉਣਾ ਚਾਹੁੰਦੀ ਹੋਵੇ। ਪੱਛਮੀ ਬੰਗਾਲ ਕਿਸਾਨ ਅੰਦੋਲਨ ਦੇ ਕਰਕੇ ਗਵਾ ਚੁੱਕੀ ਹੈ ਬੀਜੇਪੀ। ਯੂਪੀ ਦੇ ਵਿੱਚ ਖਾਸ ਕਰਕੇ ਪੱਛਮੀ ਯੂਪੀ ਦੇ ਵਿੱਚ ਬੀਜੇਪੀ ਦੇ ਪੈਰ ਨਹੀਂ ਲੱਗਣੇ। ਵੈਸੇ ਤਾਂ ਪੂਰੀ ਯੂਪੀ ਦੇ ਵਿੱਚ ਹੀ ਬਹੁਤ ਵੱਡਾ ਅਸਰ ਕਿਸਾਨ ਅੰਦੋਲਨ ਦਾ, ਪਰ ਪੱਛਮੀ ਯੂਪੀ ਦੇ ਵਿੱਚ ਸਿਰ ਚੜ੍ਹ ਕੇ ਬੋਲਦਾ। ਲਖਨਊ ਖੇਤਰ ਹੈ ਜਿਹੜਾ ਆਪਾਂ ਜਾਣਦੇ ਕਿ ਬਹੁਤ ਵੱਡਾ ਹੈਗਾ, ਜਿੱਥੇ ਪੰਜਾਬੀ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਅਤੇ ਹੋਰ ਕਾਰੋਬਾਰੀ ਤੌਰ ਦੇ ਉੱਤੇ ਵੀ ਬਹੁਤ ਵੱਡੀ ਪਛਾਣ ਰੱਖਦਾ ਲਖਨਊ ਖੇਤਰ। ਸੋ ਉੱਥੇ ਵੀ ਕਿਸਾਨਾਂ ਨੇ ਪੱਕੇ ਮੋਰਚੇ ਲਾ ਲੈਣੇ ਆ। ਰਾਕੇਸ਼ ਟਕੈਤ ਹੋਰਾਂ ਨੇ ਕਿਹਾ ਜੀ ਕਿ ਜਿਵੇਂ ਬਾਕੀ ਸੂਬਿਆਂ ਦੇ ਵਿੱਚ ਟੋਲ ਪਲਾਜ਼ੇ ਬੰਦ ਕੀਤੇ ਗਏ ਆ, ਅਸੀਂ ਯੂਪੀ ਦੇ ਵਿੱਚ ਵੀ ਕਰਵਾ ਲੈਣੇ ਆ। ਉਸ ਤੋਂ ਇਲਾਵਾ ਜੇ ਗੱਲ ਕਰਦੇ ਹਾਂ ਕਿ ਬਾਕੀ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਕਿਸਾਨ ਆਗੂਆਂ ਦੀ, ਉਹਨਾਂ ਸਾਰਿਆਂ ਨੇ ਗੱਲ ਕਹੀ ਹੈ ਜੀ ਕਿ ਅਸੀਂ ਯੂਪੀ ਦੇ ਵਿੱਚ ਡੇਰੇ ਲਾ ਲੈਣੇ ਆ। ਇਸ ਕਰਕੇ ਬੀਜੇਪੀ ਨੂੰ ਅੰਦਰੋਂ ਕਾਂਬਾ ਤਾਂ ਛਿੜਿਆ ਹੋਇਆ। ਜੇ ਕਾਂਬਾ ਨਾ ਛਿੜਦਾ ਹੋਵੇ ਤਾਂ ਫਿਰ ਊਟ ਪਟਾਂਗ ਬਿਆਨ ਇਹ ਜਾਰੀ ਨਾ ਕਰਨ। ਕਦੇ ਮੀਨਾਕਸ਼ੀ ਲੇਖੀ ਨੂੰ ਲੱਗਦਾ ਹੈ ਤਾਂ ਮਵਾਲੀ ਹਨ, ਕਦੇ ਨਵਜੋਤ ਸਿੰਘ ਸਿੱਧੂ ਕਹਿੰਦੇ ਮੇਰੇ ਕੋਲੇ ਚੱਲ ਕੇ ਆ ਜਾਣ। ਸੋ ਇਹਨਾਂ ਬਿਆਨਾਂ ਦੇ ਉੱਤੇ ਵੀ ਬਹੁਤ ਵੱਡਾ ਇਤਰਾਜ਼ ਜ਼ਾਹਰ ਕੀਤਾ ਗਿਆ ਕਿਸਾਨਾਂ ਦੇ ਵੱਲੋਂ। ਉਸ ਤੋਂ ਅਗਲੀ ਗੱਲ ਇਹ ਹੈ ਵੀ ਜੇਕਰ ਤਿਰੰਗਾ ਪਰੇਡ ਜਿਵੇਂ ਕਿ 26 ਜਨਵਰੀ ਦੇ ਮੌਕੇ ਸੀ, ਉਦੋਂ ਤਾਂ ਚਲੋ ਬਹੁਤ ਵੱਡਾ ਇਕੱਠ ਹੋਣ ਕਰਕੇ
ਕੁਝ ਕੁ ਆਪਦੇ ਬੰਦੇ ਵਾੜ ਕੇ ਏਜੰਸੀਆਂ ਦੇ ਵੱਲੋਂ ਬਹੁਤ ਕੁਝ ਕਰ ਦਿੱਤਾ ਗਿਆ। ਪਰ ਹੁਣ ਸਾਰਾ ਕੁਝ ਜ਼ਾਬਤੇ ਦੇ ਵਿੱਚ ਰੱਖ ਕੇ ਕੇਂਦਰ ਦੀ ਸਰਕਾਰ ਨੂੰ ਨਿਰਉੱਤਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਰੋਸੇਯੋਗ ਸੂਤਰ ਇਹ ਗੱਲ ਕਹਿੰਦੇ ਆ ਵੀ ਜਿਵੇਂ ਜਿਵੇਂ ਯੂਪੀ ਦੇ ਵਿੱਚ ਦਬਾਅ ਵਧੂਗਾ ਉਵੇਂ ਉਵੇਂ ਕੇਂਦਰ ਦੀ ਸਰਕਾਰ ਦੇ ਵੱਲੋਂ ਸ਼ਾਇਦ ਇਸ ਮਸਲੇ ਦੇ ਉੱਤੇ ਵਿਚਾਰ ਕੀਤਾ ਜਾਵੇ ਕਿ ਅਸੀਂ ਕਿਸਾਨਾਂ ਦੀ ਮੰਗ ਮੰਨਣ ਨੂੰ ਤਿਆਰ ਆ ਜਾਂ ਅਸੀਂ ਮੀਟਿੰਗ ਕਰਨ ਨੂੰ ਤਿਆਰ ਆ। ਵੈਸੇ ਇੱਕ ਧੋਖਾ ਹੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਸਾਨਾਂ ਦੇ ਨਾਲ। ਜਦੋਂ ਹੁਣ 11 ਮੀਟਿੰਗਾਂ ਹੋਈਆਂ ਸੀ, ਉਹਨਾਂ ਮੀਟਿੰਗਾਂ ਦੇ ਵਿੱਚੋਂ ਇੱਕ ਮੀਟਿੰਗ ਦੇ ਵਿੱਚ ਕੇਂਦਰ ਦੇ ਮੰਤਰੀਆਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਬਿਜਲੀ ਸੋਧ ਬਿੱਲ ਨਹੀਂ ਲੈ ਕੇ ਆਵਾਂਗੇ, ਇਹਦੇ ਉੱਤੇ ਕਾਂਟਾ ਫੇਰ ਦਿੰਦੇ ਆ। ਪਰ ਐਤਕੀ ਜਿਹੜਾ ਇਹ ਮੌਨਸੂਨ ਸੈਸ਼ਨ ਇਸ ਵਕਤ ਚੱਲ ਰਿਹਾ, ਇਹਦੇ ਵਿੱਚ ਉਹ ਬਿੱਲ ਫੇਰ ਲੈ ਕੇ ਆਂਦਾ ਜਾਣਾ। ਜਿਹੜੇ 17-18 ਬਿੱਲ ਲੈ ਕੇ ਆ ਰਹੀ ਹੈ ਸਰਕਾਰ, ਉਹਦੇ ਵਿੱਚ ਬਿਜਲੀ ਸੋਧ ਬਿੱਲ 2021 ਵੀ ਸ਼ਾਮਿਲ ਹੈ। ਇਹਦੇ ਮੁਤਾਬਕ ਜੇਕਰ ਇਹ ਲਾਗੂ ਹੋ ਜਾਂਦਾ ਹੈ, ਜਿਵੇਂ ਕਿ ਤੁਹਾਡੇ ਮੇਰੇ ਕੋਲੇ ਮੋਬਾਈਲ ਕਿਸੇ ਕੋਲੇ ਕਿਹੜੀ ਕੰਪਨੀ ਦਾ, ਕਿਸੇ ਕੋਲੇ ਕਿਹੜੀ ਕੰਪਨੀ ਦਾ, ਖਪਤਕਾਰ ਆਪਦੀ ਮਰਜ਼ੀ ਦੇ ਮੁਤਾਬਕ ਬਿਜਲੀ ਕੰਪਨੀ ਦੀ ਚੋਣ ਕਰੂਗਾ ਕਿ ਮੈਨੂੰ ਇਸ ਕੰਪਨੀ ਦੇ ਕੋਲ ਬਿਜਲੀ ਚਾਹੀਦੀ ਹੈ। ਪਰ ਇਹਦੇ ਨਾਲ ਸਬਸਿਡੀਆਂ ਪ੍ਰਭਾਵਿਤ ਹੋਣਗੀਆਂ, ਇਹਦੇ ਨਾਲ ਲੋਕਾਂ ਦੇ ਉੱਤੇ ਬੋਝ ਵਧੂਗਾ। ਇਸ ਗੱਲ ਕਰਕੇ ਵੀ ਰੌਲਾ ਪੈਣਾ। ਸੋ ਆਉਂਦੇ ਸਮੇਂ ਦੇ ਵਿੱਚ ਕਿਸਾਨ ਤੇ ਮਜ਼ਦੂਰ ਦੀ ਏਕਤਾ ਜਿਹੜੀ ਉਹ ਕੇਂਦਰ ਦੀ ਸਰਕਾਰ ਨੂੰ ਹੋਰ ਚੰਗਾ ਸਬਕ ਸਿਖਾਊਗੀ, ਇਸ ਗੱਲ ਦੀ ਆਸ ਹੈ। ਪੰਜਾਬ ਦੀ ਜਵਾਨੀ ਇਸ ਵਕਤ ਲਗਾਤਾਰ ਵਿਦੇਸ਼ਾਂ ਵੱਲ ਕੂਚ ਕਰ ਰਹੀ ਹੈ। ਵਿਦੇਸ਼ਾਂ ਦੇ ਵੱਲ ਜਾਣ ਦੇ ਵਿੱਚ ਹੀ ਬਚਾਅ ਦੇ ਵਿੱਚ ਬਚਾਅ ਸਮਝਿਆ ਜਾ ਰਿਹਾ ਤੇ ਕਾਰਨ ਇਹਦੇ ਪਿੱਛੇ ਕਿਹੜੇ ਜ਼ਿੰਮੇਵਾਰ ਆ ਆਪਾਂ ਸਾਰਾ ਕੁਝ ਜਾਣਦੇ ਹਾਂ। ਕੱਲ੍ਹ ਤੱਕ ਇਹ ਗੱਲ ਕਹੀ ਜਾਂਦੀ ਸੀ ਕਿ ਕੋਈ ਵੀ ਜਿਹੜਾ ਮਾਤੜ ਸਾਥੀ ਆ ਉਹ ਇਸ ਕਰਕੇ ਆਪਣੇ ਧੀ ਪੁੱਤ ਨੂੰ ਬਾਹਰਲੇ ਮੁਲਕ ਦੇ ਵਿੱਚ ਭੇਜਦਾ ਵੀ ਇੱਧਰ ਰੁਜ਼ਗਾਰ ਨਹੀਂ ਮਿਲਣਾਗਾ ਤੇ ਇਸ ਕਰਕੇ ਜੇਕਰ ਬਾਹਰ ਸੈਟਿੰਗ ਹੋ ਜਾਏ ਤਾਂ ਉਹਦੇ ਵਰਗੀ ਰੀਸ ਕੋਈ ਨਹੀਂ। ਪਰ ਹੁਣ ਇਹ ਵੀ ਦੇਖਣ ਨੂੰ ਮਿਲਦਾ ਕਿ ਲੋਕ ਇੱਥੋਂ ਸਾਰਾ ਕੁਝ ਵੇਚ ਵੱਟ ਕੇ ਬਾਹਰਲੇ ਮੁਲਕਾਂ ਵੱਲ ਕੂਚ ਕਰ ਰਹੇ ਆ। ਉਹਦੇ ਪਿੱਛੇ ਕਾਰਨ ਕੀ ਹੋਇਆ? ਕਿਉਂਕਿ ਸੂਬੇ ਦੀ ਸਰਕਾਰ ਜਾਂ ਕੇਂਦਰ ਦੀ ਸਰਕਾਰ ਦੇ ਵੱਲੋਂ ਕਦੇ ਵੀ ਆਪਣੇ ਦੇਸ਼ ਦੇ ਨਾਗਰਿਕਾਂ ਦੇ ਬਾਰੇ ਗੰਭੀਰਤਾ ਨਾਲ ਸੋਚਿਆ ਹੀ ਨਹੀਂ ਗਿਆ। ਪੌਣ ਪਾਣੀ ਇੱਥੋਂ ਦਾ ਮਾੜਾ ਕਰ ਦਿੱਤਾ ਗਿਆ। ਲੋਕ ਵੀ ਇਹਦੇ ਵਿੱਚ ਜ਼ਿੰਮੇਵਾਰ ਆ, ਸਰਕਾਰਾਂ ਬੇਹੱਦ ਜ਼ਿੰਮੇਵਾਰ ਆ। ਕਦੇ ਵੀ ਦਰਖਤਾਂ ਦੇ ਬਾਰੇ, ਪਾਣੀ ਦੇ ਬਾਰੇ, ਖਾਣ ਪੀਣ ਦੀਆਂ ਚੀਜ਼ਾਂ ਦੇ ਬਾਰੇ, ਮਿਲਾਵਟ ਨਾ ਹੋਵੇ ਇਹਦੇ ਬਾਰੇ ਸੋਚਿਆ ਹੀ ਨਹੀਂ ਗਿਆ। ਸਭ ਤੋਂ ਵੱਡੀ ਗੱਲ ਆ ਸੁਰੱਖਿਆ ਦੀ। ਸੁਰੱਖਿਆ ਕਿਸੇ ਦੀ ਹੈ ਨਹੀਂ ਗੀ, ਪਤਾ ਕੋਈ ਨਹੀਂ ਕਿਹਨੂੰ ਗੋਲੀ ਮਾਰ ਜੇ, ਕੋਈ ਪਤਾ ਨਹੀਂ ਕੌਣ ਕਿਹਨੂੰ ਲੁੱਟ ਕੇ ਲੈ ਜੇ। ਜੇ ਤੁਹਾਡਾ ਥਾਣੇ ਤੱਕ ਵਾਹ ਪੈ ਗਿਆ, ਪਤਾ ਨਹੀਂ ਤੁਹਾਡਾ ਕਿਵੇਂ ਉਹ ਜਲੂਸ ਕੱਢ ਦੇਣ, ਬੇਕਸੂਰ ਬੰਦਾ ਕਿਵੇਂ ਟੰਗ ਦਿੱਤਾ ਜਾਵੇ ਤੇ ਕਸੂਰਵਾਰ ਬੰਦਾ ਕਿਵੇਂ ਛੁੱਟ ਜਾਵੇ, ਇਹਦੇ ਬਾਰੇ ਕੋਈ ਕੁਝ ਨਹੀਂ ਜਾਣਦਾ। ਲੋਕਾਂ ਨੂੰ ਇਸ ਗੱਲ ਦਾ ਡਰ ਆ ਵੀ ਜੇਕਰ ਅਸੀਂ ਰਾਹ ਦੇ ਵਿੱਚ ਜਾਂਦੇ ਆ, ਪਤਾ ਕੋਈ ਨਹੀਂ ਕੌਣ ਲੁੱਟ ਖੋਹ ਕਰ ਲਵੇ ਤੇ ਪਤਾ ਕੋਈ ਨਹੀਂ ਅਵਾਰਾ ਪਸ਼ੂ ਕਦੋਂ ਸਾਨੂੰ ਮਾਰ ਦੇਵੇ ਤੇ ਪਤਾ ਕੋਈ ਨਹੀਂ ਅਵਾਰਾ ਕੁੱਤੇ ਸਾਨੂੰ ਕਦੋਂ ਮੀਟ ਸਮਝ ਕੇ ਖਾ ਜਾਣ। ਲੋਕਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਸਭ ਤੋਂ ਵੱਡਾ ਡਰ ਹੈ ਵੀ ਜਿੰਨੀਆਂ ਮਰਜ਼ੀ ਅਸੀਂ ਡਿਗਰੀਆਂ ਕਰਕੇ ਬੋਝੇ ਦੇ ਵਿੱਚ ਪਾ ਲਈਏ, ਪੈਣੀ ਤਾਂ ਸਾਡੇ ਕੋਟੀ ਆ। ਨੌਜਵਾਨ ਮੁੰਡੇ ਕੁੜੀਆਂ ਜਿਹੜੇ ਕਿ ਇਸ ਵਕਤ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਡਿਗਰੀਆਂ ਕਰ ਕਰਕੇ ਥੱਬਿਆਂ ਦੇ ਥੱਬੇ ਆਪਣੇ ਨਾਲ ਲਈ ਫਿਰਦੇ ਆ, ਪਰ ਜਦੋਂ ਨੌਕਰੀ ਮੰਗਣ ਜਾਂਦੇ ਆ ਉਹਨਾਂ ਦੇ ਡਾਂਗ ਫਿਰਦੀ ਆ। ਕੁੜੀਆਂ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਜਾਂਦਾ, ਮੁੰਡੇ ਟਾਵਰਾਂ ਦੇ ਉੱਤੇ ਬੈਠੇ ਆ, ਪਾਣੀ ਦੀਆਂ ਬੁਛਾੜਾਂ ਝੱਲੜੀਆਂ ਪੈਂਦੀਆਂ। ਜਦੋਂ ਜੀ ਕਰਦਾ ਮੰਤਰੀ ਸਾਹਿਬ ਮਿਲਣ ਦੀ ਥਾਂ ਦੇ ਉੱਤੇ ਡਾਂਗਾ ਭਰਾ ਦਿੰਦੇ ਆ। ਸੋ ਇਹਨਾਂ ਗੱਲਾਂ ਦੇ ਕਰਕੇ ਸੂਬੇ ਦੀ ਜਵਾਨੀ ਬਾਹਰਲੇ ਮੁਲਕਾਂ ਵੱਲ ਕੂਚ ਕਰਦੀ ਆ। ਮੈਂ ਆਪਣੇ ਨਿੱਜੀ ਤੌਰ ਦੇ ਉੱਤੇ ਤਜਰਬੇ ਦੀ ਗੱਲ ਕਰਦਾ। ਕੁਝ ਕੁ ਵਰ੍ਹੇ ਪਹਿਲਾਂ ਤੱਕ, ਜਾਣੀ ਕਿ ਇੱਕ ਦਹਾਕਾ ਪਹਿਲਾਂ ਤੱਕ ਸਾਡੇ ਨਿੱਜੀ ਪਿੰਡ ਦੇ ਵਿੱਚ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਆਹ ਜਿਹੜੇ 3 ਪਰਿਵਾਰ ਆ ਇਹਨਾਂ ਨੂੰ ਅਸੀਂ ਬਾਹਰ ਵਾਲੇ ਕਹਿੰਦੇ ਆ। ਜਾਣੀ ਕਿ ਇਹਨਾਂ ਦੇ ਪਰਿਵਾਰਕ ਮੈਂਬਰ 1, 2 ਜਾਂ 3 ਬਾਹਰਲੇ ਮੁਲਕ ਦੇ ਵਿੱਚ ਗਏ ਹੋਏ ਆ। ਇੱਕ ਬੜੀ ਕਰੇਜ਼ ਹੁੰਦੀ ਸੀ, ਬੜੀ ਖਿੱਚ ਹੁੰਦੀ ਸੀ ਕਿ ਹਾਂ ਯਾਰ ਇਹਨਾਂ ਦੇ ਪਰਿਵਾਰਕ ਜੀ ਬਾਹਰਲੇ ਮੁਲਕ ਦੇ ਵਿੱਚ ਗਏ ਆ। ਪਰ ਅੱਜ ਸਾਡੇ ਪਿੰਡ ਤੋਂ ਲੈ ਕੇ ਪੰਜਾਬ ਦਾ ਕਿਹੜਾ ਐਸਾ ਪਿੰਡ ਹੈ ਜਿਹਦੇ ਵਿੱਚੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਸੁਨਹਿਰੀ ਭਵਿੱਖ ਦੀ ਭਾਲ ਦੇ ਵਿੱਚ ਬਾਹਰ ਨਹੀਂ ਗਏ? ਇਹਦੇ ਪਿੱਛੇ ਕਾਰਨ ਇੱਕੋ ਹੀ ਜ਼ਿੰਮੇਵਾਰ ਆ ਵੀ ਸਰਕਾਰਾਂ ਨਲਾਇਕ ਆ। ਘਰ ਘਰ ਰੁਜ਼ਗਾਰ ਦੀ ਗੱਲ ਚੱਲਦੀ ਆ, ਰੁਜ਼ਗਾਰ ਮੇਲੇ ਲਾਉਣ ਦੀ ਗੱਲ ਚੱਲਦੀ ਆ। ਕਿਹਨੂੰ ਰੁਜ਼ਗਾਰ ਮਿਲਦਾ? ਮੈਨੂੰ ਤਾਂ ਲੱਗਦਾ ਨਹੀਂ ਵੀ ਕਿਸੇ ਨੂੰ ਮਿਲਿਆ। ਜੇਕਰ ਰੁਜ਼ਗਾਰ ਮਿਲਦਾ ਤਾਂ ਐਮਐਲਏ ਦੇ ਧੀਆਂ ਪੁੱਤਾਂ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਦੇ ਦਿਓ, ਇਹਨੂੰ ਡੀਐਸਪੀ ਬਣਾ ਦਿਓ, ਇਹੋ ਜਿਹਾ ਕੰਮ ਚੱਲਦਾ। ਸੋ ਸਾਰੇ ਤਾਂ ਐਮਐਲਏ ਦੇ ਧੀਆਂ ਪੁੱਤ ਹੈ ਨਹੀਂ। ਇਸ ਕਰਕੇ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ, ਇਸ ਕਰਕੇ ਸ਼ਾਹੂਕਾਰਾਂ ਤੋਂ ਕਰਜ਼ਾ ਫੜ ਕੇ, ਇਸ ਕਰਕੇ ਬੈਂਕਾਂ ਦੇ ਵਿੱਚੋਂ ਕਰਜ਼ੇ ਚੁੱਕ ਕੇ ਲੋਕ ਆਪਣੇ ਧੀਆਂ ਪੁੱਤਾਂ ਨੂੰ, ਆਪਣੇ ਜਿਗਰ ਦੇ ਟੋਟਿਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਭੇਜਦੇ ਆ। ਉੱਥੇ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਜਾ ਕੇ ਦਿਨ ਰਾਤ ਮਿਹਨਤ ਵੀ ਕਰਦੇ ਆ ਤੇ ਆਪਣੇ ਸੁਪਨੇ ਸੱਚ ਵੀ ਕਰਦੇ ਤੇ ਆਪਣੇ ਮਾਪਿਆਂ ਦੀ ਜ਼ਿੰਦਗੀ ਨੂੰ ਵੀ ਚੰਗੀ ਬਣਾ ਦਿੰਦੇ ਆ। ਆਪਦੇ ਪਿੰਡ ਨਗਰ ਖੇੜੇ ਵਾਸਤੇ ਵੀ ਸੋਚਦੇ ਆ। ਇੱਕ ਰਿਪੋਰਟ ਆਈ ਆ ਪੰਜਾਬੀ ਟ੍ਰਿਬਿਊਨ ਦੇ ਵਿੱਚ, ਇਹ ਬੜਾ ਕੁਝ ਸੋਚਣ ਦੇ ਲਈ ਮਜਬੂਰ ਕਰਨ ਵਾਲੀ ਆ। 2.5 ਲੱਖ ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਸਟੱਡੀ ਬੇਸ ਦੇ ਉੱਤੇ ਪਿਛਲੇ 5 ਵਰ੍ਹਿਆਂ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਗਏ ਆ। ਇੱਕ ਜਣੇ ਦੇ ਉੱਤੇ ਜੇਕਰ 15 ਲੱਖ ਰੁਪਏ ਦਾ ਖਰਚ ਆਉਂਦਾ ਹੋਵੇ, ਯਾਨੀ ਕਿ ਇੱਕ ਜਣੇ ਦੀ ਸਟੱਡੀ ਬੇਸ ਦੇ ਉੱਤੇ ਸਾਰੀ ਪੜ੍ਹਾਈ, ਫੀਸ, ਜਹਾਜ਼ ਦਾ ਖਰਚਾ, ਹੋਰ ਸਾਰੇ ਖਰਚੇ ਪਾ ਕੇ ਜੇਕਰ 15 ਲੱਖ ਰੁਪਈਆ ਹੋਵੇ ਤਾਂ ਪੰਜਾਬ ਦਾ 4000 ਕਰੋੜ ਰੁਪਈਆ ਪਿਛਲੇ 5 ਸਾਲਾਂ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਚਲਾ ਗਿਆ। ਪੰਜਾਬ ਦੇ ਵਿੱਚ ਲਗਭਗ 55 ਲੱਖ ਘਰ ਆ ਤੇ ਜੇਕਰ ਇਹਦੀ ਔਸਤ ਕੱਢੀ ਜਾਵੇ ਤਾਂ ਹਰ 20ਵੇਂ ਘਰ ਦੇ ਵਿੱਚੋਂ ਇੱਕ ਮੁੰਡਾ ਜਾਂ ਕੁੜੀ ਬਾਹਰਲੇ ਮੁਲਕ ਦੇ ਵਿੱਚ ਜਾ ਚੁੱਕਿਆ।
ਆ ਲੋਕਡਾਊਨ ਦੇ ਕਰਕੇ, ਕਰੋਨਾ ਮਹਾਮਾਰੀ ਦੇ ਕਰਕੇ ਹਾਲ ਦੀ ਘੜੀ ਥੋੜ੍ਹੀ ਜਿਹੀ ਠੱਲ ਪਈ ਆ, ਪਰ ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਵਿੱਚ ਮੁੰਡੇ ਕੁੜੀਆਂ ਨੇ ਆਈਲੈਟਸ ਵੀ ਕੀਤੀ ਹੋਈ ਹੈ, ਆਨਲਾਈਨ ਕਲਾਸਾਂ ਵੀ ਲਾ ਰਹੇ ਆ। ਜਿਸ ਦਿਨ ਜਹਾਜ਼ ਆਉਣੇ ਜਾਣੇ ਸ਼ੁਰੂ ਹੋ ਗਏ, ਉਡਾਰੀਆਂ ਹੋਰ ਬਹੁਤ ਵੱਜਣੀਆਂ। ਇਹ ਪੰਜਾਬ ਦੇ ਭਵਿੱਖ ਦੇ ਬਾਰੇ ਇੱਕ ਬਹੁਤ ਵੱਡੀ ਰਿਪੋਰਟ ਹੈ ਵੀ ਪੰਜਾਬ ਦੇ ਵਿੱਚ ਰਹੂਗਾ ਕੌਣ। ਪੰਜਾਬ ਦੀ ਜਵਾਨੀ, ਪੰਜਾਬ ਦੀ ਕਰੀਮ, ਪੰਜਾਬ ਦੇ ਪਾੜੇ ਆ ਜਿਹੜੇ, ਉਹ ਤਾਂ ਬਾਹਰਲੇ ਮੁਲਕਾਂ ਵੱਲ ਜਾ ਰਹੇ ਆ। ਇੱਥੇ ਰਹੂਗਾ ਉਹ ਜਿਹੜਾ ਕਿਤੇ ਬਾਹਰ ਜਾ ਨਾ ਸਕਦਾ ਹੋਇਆ। ਇੱਥੇ ਰਹਿਣਗੇ ਉਹ ਜਿਨ੍ਹਾਂ ਨੂੰ ਰਾਜਨੀਤਿਕ ਲੋਕਾਂ ਦੀਆਂ ਰੈਲੀਆਂ ਚੰਗੀਆਂ ਲੱਗਦੀਆਂ, ਜਾਂ ਕਲਾਕਾਰਾਂ ਦੇ ਪਿੱਛੇ ਲੜਾਈ ਕਰਨੀ ਚੰਗੀ ਲੱਗਦੀ ਹੈ, ਜਾਂ ਐਵੇਂ ਥੋਥੇ ਵਿਚਾਰ ਪੇਸ਼ ਕਰਨੇ। ਇੱਥੇ ਕਿਤੇ ਉਹੋ ਹੀ ਨਾ ਰਹਿ ਜਾਣ। ਬਹੁਤ ਕੁਝ ਸੋਚਣਾ ਵਿਚਾਰਨਾ ਬਣਦਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਸਟੂਡੈਂਟ ਵੀਜ਼ੇ ਦੇ ਰੁਝਾਨ ਦੇ ਵੱਲ ਵੇਖੀਏ ਤਾਂ ਇੰਜ ਜਾਪਦਾ ਹੈ ਕਿ ਹੁਣ ਪੰਜਾਬ ਖਾਲੀ ਹੋ ਗਿਆ ਤੇ ਲੰਘੇ 5 ਵਰ੍ਹਿਆਂ ਦੇ ਵਿੱਚ 2,62,000 ਵਿਦਿਆਰਥੀ ਵਿਦੇਸ਼ ਪੜ੍ਹਨ ਦੇ ਲਈ ਪੰਜਾਬ ਛੱਡ ਚੁੱਕੇ ਨੇ। ਘਰ ਘਰ ਰੁਜ਼ਗਾਰ ਦਾ ਨਾਅਰਾ ਵੀ ਜਵਾਨੀ ਦੇ ਰਾਹ ਨੂੰ ਨਹੀਂ ਰੋਕ ਸਕਿਆ। ਬਿਊਰੋ ਆਫ ਇਮੀਗ੍ਰੇਸ਼ਨ ਦੇ ਤਾਜ਼ਾ ਵੇਰਵਿਆਂ ਮੁਤਾਬਕ ਪੰਜਾਬ ਦੇ ਵਿੱਚੋਂ ਸਟੱਡੀ ਵੀਜ਼ੇ ਤੇ ਜਨਵਰੀ 2016 ਤੋਂ ਫਰਵਰੀ 2021 ਤੱਕ 2,62,000 ਵਿਦਿਆਰਥੀ ਵਿਦੇਸ਼ ਜਾ ਚੁੱਕੇ ਨੇ। ਇਹਨਾਂ ਵਰ੍ਹਿਆਂ ਦੇ ਵਿੱਚ ਔਸਤਨ ਪੰਜਾਬ ਦੇ ਵਿੱਚੋਂ ਰੋਜ਼ਾਨਾ ਔਸਤ 140 ਵਿਦਿਆਰਥੀ ਵਿਦੇਸ਼ ਪੜ੍ਹਨ ਵਾਸਤੇ ਜਹਾਜ਼ ਚੜ੍ਹਦੇ ਰਹੇ। 2019 ਦੇ ਵਿੱਚ ਤਾਂ ਰੋਜ਼ਾਨਾ ਔਸਤਨ 201 ਵਿਦਿਆਰਥੀਆਂ ਨੇ ਵਿਦੇਸ਼ ਵੱਲ ਚਾਲੇ ਪਾਏ। ਇਹ ਨਸ਼ਰ ਹੋਇਆ ਅੰਕੜਾ ਹੁਣ ਹਾਕਮ ਜਮਾਤਾਂ ਦੇ ਵੱਲ ਵੀ ਉਂਗਲ ਚੁੱਕ ਰਿਹਾ, ਕਿਉਂਕਿ ਰੁਜ਼ਗਾਰ ਦੇ ਦਾਅਵੇ ਉਹ ਜਮਾਤਾਂ ਹੀ ਕਰਦੀਆਂ ਨੇ। ਪੰਜਾਬ ਦੇ ਔਸਤਨ ਹਰ 20ਵੇਂ ਘਰ ਦਾ ਇੱਕ ਜਵਾਨ ਸਟੱਡੀ ਵੀਜ਼ੇ ਦੇ ਉੱਤੇ ਵਿਦੇਸ਼ ਪੜ੍ਹਨ ਗਿਆ ਹੋਇਆ। ਔਸਤਨ 15 ਲੱਖ ਰੁਪਏ ਵਿਦਿਆਰਥੀ ਦਾ ਖਰਚਾ ਮੰਨੀਏ ਤਾਂ ਪੰਜਾਬ ਦੇ ਵਿੱਚੋਂ ਹੁਣ ਤੱਕ 4,000 ਕਰੋੜ ਰੁਪਏ ਦਾ ਸਰਮਾਇਆ ਵਿਦੇਸ਼ਾਂ ਵੱਲ ਜਾ ਚੁੱਕਿਆ। ਪੰਜਾਬ ਦੇ ਵਿੱਚ ਸਾਲ 2016 ਮਗਰੋਂ ਸਟੱਡੀ ਵੀਜ਼ੇ ਨੇ ਰਫ਼ਤਾਰ ਫੜੀ ਸੀ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਈਲੈਟਸ ਸੈਂਟਰਾਂ ਤੇ ਇਮੀਗ੍ਰੇਸ਼ਨ ਦਫ਼ਤਰਾਂ ਦਾ ਹੜ੍ਹ ਆਇਆ। ਤੱਥਾਂ ਮੁਤਾਬਕ ਇਸ ਸਮੇਂ ਦੌਰਾਨ 21 ਲੱਖ ਤੋਂ ਵੱਧ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਨ ਗਏ, ਜਿਹਦੇ ਵਿੱਚੋਂ 2,62,000 ਇਕੱਲੇ ਪੰਜਾਬ ਦੇ ਨੇ। ਸਟੱਡੀ ਵੀਜ਼ਾ ਲੈਣ ਦੇ ਮਾਮਲੇ ਵਿੱਚ ਪੰਜਾਬ ਦੂਜੇ ਨੰਬਰ ਦੇ ਉੱਤੇ ਅਤੇ ਆਂਧਰਾ ਪ੍ਰਦੇਸ਼ ਪਹਿਲੇ ਨੰਬਰ ਤੇ। ਵੇਰਵਿਆਂ ਦੇ ਮੁਤਾਬਕ ਪੰਜਾਬ ਦੇ ਵਿੱਚੋਂ ਸਾਲ 2016 ਦੇ ਵਿੱਚ 36,743, 2017 ਦੇ ਵਿੱਚ 52,160 ਵਿਦਿਆਰਥੀ, 2018 ਦੇ ਵਿੱਚ 60,331 ਵਿਦਿਆਰਥੀ, 2019 ਦੇ ਵਿੱਚ 73,574 ਤੇ ਸਾਲ 2020 ਦੇ ਵਿੱਚ 33,413 ਵਿਦਿਆਰਥੀ ਪੜ੍ਹਨ ਦੇ ਲਈ ਵਿਦੇਸ਼ਾਂ ਵੱਲ ਗਏ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਚਰਨਜੀਤ ਭੁੱਲਰ ਦੀ ਇਹ ਰਿਪੋਰਟ ਬਹੁਤ ਕੁਝ ਸੋਚਣ ਵਿਚਾਰਨ ਵਾਸਤੇ ਮਜਬੂਰ ਕਰਦੀ ਹੈ ਕਿ ਪੰਜਾਬ ਦਾ ਭਵਿੱਖ ਕੀ ਹੋਊਗਾ। ਪੰਜਾਬ ਦਾ ਵਰਤਮਾਨ ਤਾਂ ਬਹੁਤ ਧੁੰਦਲਾ ਹੈ ਹੀ। ਜੇ ਵਰਤਮਾਨ ਇਹਨਾਂ ਧੁੰਦਲਾ ਤੇ ਪੰਜਾਬ ਦਾ ਭਵਿੱਖ ਕੀ ਹੋਊਗਾ, ਇਹਦੇ ਬਾਬਤ ਸੋਚਣਾ ਵਿਚਾਰਨਾ ਹਰ ਬੰਦੇ ਨੂੰ ਚਾਹੀਦਾ। ਕੱਲੀਆਂ ਸਰਕਾਰਾਂ ਤੇ ਵੀ ਨਹੀਂ ਗੱਲ, ਤੇ ਜੋ ਅਸੀਂ ਵਾਤਾਵਰਣ ਨੂੰ ਪਲੀਤ ਕੀਤਾ ਤੇ ਉਹਦੇ ਲਈ ਅਸੀਂ ਵੀ ਆਪ ਜ਼ਿੰਮੇਵਾਰ ਆ। ਪਰ ਪੰਜਾਬ ਦੇ ਵਿੱਚ ਰੁਜ਼ਗਾਰ ਹੈ ਨਹੀਂ। ਪੰਜਾਬ ਦੇ ਵਿੱਚ ਧੱਕੇ ਧੋੜੇ ਬਹੁਤ ਆ। ਪੰਜਾਬ ਦੇ ਵਿੱਚ ਗਲਤ ਰਾਹ ਦੇ ਉੱਤੇ ਤੋਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਨਹੀਂ। ਇੱਥੇ ਕਿਸੇ ਬੰਦੇ ਨੂੰ ਬੇਕਸੂਰ ਨੂੰ ਫਸਾ ਦਿੱਤਾ ਜਾਂਦਾ। ਇਸ ਕਰਕੇ ਬੰਦਾ ਚਾਹੁੰਦਾ ਕਿ ਮੈਂ ਆਪਣੀ ਤੇ ਆਪਣੇ ਪਰਿਵਾਰਕ ਜੀਆਂ ਦੀ ਜ਼ਿੰਦਗੀ ਨੂੰ ਕਿਸੇ ਨਾ ਕਿਸੇ ਪਾਸੇ ਸੈੱਟ ਕਰ ਦਿਆਂ। ਮੈਂ ਇੱਕ ਉਦਾਹਰਨ ਸਾਂਝੀ ਕੀਤੀ ਸੀ ਪਹਿਲਾਂ ਵੀ ਕਿ ਮੇਰਾ ਇੱਕ ਦੋਸਤ ਆ, ਉਹਦੇ 2-3 ਭੱਠੇ ਵੀ ਆ, ਉਹਦੇ ਕੋਲੇ ਕਈ ਏਕੜ ਜ਼ਮੀਨ ਵੀ ਆ। ਉਹ ਇੱਥੇ ਚੰਗਾ ਪੈਸਾ ਕਮਾਉਂਦਾ ਸੀ, ਪਰ ਬਾਹਰਲੇ ਮੁਲਕ ਦੇ ਵਿੱਚ ਗਿਆ। ਮੈਂ ਉਹਨੂੰ ਪੁੱਛਿਆ, ਯਾਰ ਤੈਨੂੰ ਕੀ ਲੋੜ ਸੀ ਬਾਹਰ ਜਾਣ ਦੀ, ਤੇਰਾ ਇੱਥੇ ਕੰਮ ਸੈੱਟ ਆ। ਉਹ ਕਹਿੰਦਾ ਕੰਮ ਭਾਵੇਂ ਮੇਰਾ ਸੈੱਟ ਆ, ਰੁਪਈਏ ਠੀਕ ਆਉਂਦੇ ਆ, ਪਰ ਬਾਹਰਲੇ ਮੁਲਕ ਦੇ ਵਿੱਚ ਮੈਂ ਇਸ ਕਰਕੇ ਗਿਆ, ਉੱਥੇ ਮਜ਼ਦੂਰੀ ਮੈਂ ਇਸ ਕਰਕੇ ਕਰਨ ਲੱਗਾ ਕਿਉਂਕਿ ਮੈਨੂੰ ਆਪਣੇ ਨਿਆਣਿਆਂ ਦਾ ਭਵਿੱਖ ਚਿੰਤਾਜਨਕ ਲੱਗਦਾ। ਇੱਥੇ ਪਤਾ ਕੋਈ ਨਹੀਂ ਮੇਰੀ ਧੀ ਦੇ ਉੱਤੇ ਕੌਣ ਐਸਿਡ ਸੁੱਟ ਜੇ, ਇੱਥੇ ਪਤਾ ਕੋਈ ਨਹੀਂ ਕੌਣ ਕਿਹੋ ਜਿਹੀ ਛੇੜਖਾਨੀ ਕਰ ਜੇ, ਇੱਥੇ ਪਤਾ ਕੋਈ ਨਹੀਂ ਜੇਕਰ ਥਾਣੇ ਦਾ ਵਾਹ ਪੈ ਗਿਆ ਤਾਂ ਮੇਰੇ ਨਾਲ ਕਿਹੋ ਜਿਹਾ ਸਲੂਕ ਹੋਵੇ, ਇੱਥੇ ਪਤਾ ਕੋਈ ਨਹੀਂ ਗਾ ਵੀ ਕੌਣ ਲੁੱਟ ਖੋਹ ਦੀ ਵਾਰਦਾਤ ਕਰ ਜੇ। ਇਸ ਕਰਕੇ ਮੈਂ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਬਾਹਰਲੇ ਮੁਲਕ ਦੇ ਵਿੱਚ ਸੈੱਟ ਹੋ ਰਿਹਾ ਜਾਂ ਸੈੱਟ ਹੋ ਚੁੱਕਿਆ। ਤੇ ਸੋਚਣਾ ਹੁਣ ਇਹ ਬਣਦਾ ਕਿ ਜੇਕਰ ਸਾਡੀਆਂ ਸਰਕਾਰਾਂ, ਜਿਨ੍ਹਾਂ ਨੂੰ ਅਸੀਂ ਚੁਣ ਕੇ ਹੁਣ ਤੱਕ 3-3, 4-4, 5-5, 6-6 ਵਾਰ ਵਿਧਾਨ ਸਭਾ 'ਚ ਭੇਜਿਆ, ਕਈ ਵਾਰ ਜਿਹੜੇ ਲੋਕਾਂ ਨੂੰ ਅਸੀਂ ਲੋਕ ਸਭਾ 'ਚ ਭੇਜਿਆ, ਜਿਨ੍ਹਾਂ ਨੇ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਗੱਲ ਕੀਤੀ, ਪਰ ਉਹਨਾਂ ਨੇ ਕੀਤਾ ਕੀ ਆ? ਸਾਨੂੰ ਉਹਨਾਂ ਦੇ ਉੱਤੇ ਵੀ ਨਹੀਂ ਭਰੋਸਾ, ਸਾਨੂੰ ਆਉਣ ਵਾਲਿਆਂ ਦੇ ਉੱਤੇ ਵੀ ਨਹੀਂ ਭਰੋਸਾ, ਕਿਉਂਕਿ ਉਹ ਵੀ ਉਹੋ ਜਿਹੇ ਨਿਕਲਣੇ। ਸਾਡੇ ਮਨ ਦੇ ਵਿੱਚ ਇਹ ਡਰ ਆ। ਇਸ ਕਰਕੇ ਲੋਕ ਸੂਬੇ ਨੂੰ ਛੱਡ ਕੇ ਭੱਜ ਰਹੇ ਆ। ਸੋ ਆਉਂਦੇ ਸਮੇਂ ਦੇ ਵਿੱਚ ਪੰਜਾਬ ਦਾ ਕੀ ਬਣੂਗਾ, ਇਹ ਰਿਪੋਰਟ ਦੱਸਣ ਦੇ ਲਈ ਕਾਫੀ ਹੈ। ਪੰਜਾਬ ਦੇ ਉੱਤੇ ਚੰਗੇ ਦਿਨ ਆਉਣ, ਅਸੀਂ ਆਪ ਵੀ ਚੰਗੇ ਬਣੀਏ ਤੇ ਚੰਗੇ ਨੇਤਾਵਾਂ ਨੂੰ ਚੁਣੀਏ, ਇਹਦੀ ਤਾਂ ਅਸੀਂ ਕਾਮਨਾ ਕਰਦੇ ਆ। ਪਰ ਪੰਜਾਬ ਦਾ ਭਵਿੱਖ ਹਾਲ ਦੀ ਘੜੀ ਹਨੇਰਮਈ ਜਾਪਦਾ। ਜਾਣੇ ਜਾਂਦੇ ਦੋਸਤੋ, ਸੁੱਚਾ ਸਿੰਘ ਲੰਗਾਹ ਦੇ ਬਾਰੇ ਇੱਕ ਖਬਰ ਸਾਂਝੀ ਕਰਨੀ ਬਣਦੀ ਆ, ਕਿਉਂਕਿ ਸੁੱਚਾ ਸਿੰਘ ਲੰਗਾਹ ਜਿਹੜੇ ਕਿ ਅਕਾਲੀ ਦਲ ਦੇ ਆਗੂ ਆ, ਉਹਨਾਂ ਦੇ ਵੱਲੋਂ ਹੁਣ ਤੱਕ 102 ਵਾਰ ਅਕਾਲ ਤਖਤ ਸਾਹਿਬ ਤੇ ਜਾ ਕੇ ਸੁਖਮਣੀ ਸਾਹਿਬ ਦਾ ਪਾਠ ਕਰਕੇ ਆਪਣੀ ਭੁੱਲ ਬਖਸ਼ਾਈ ਦੇ ਲਈ ਅਰਦਾਸ ਕੀਤੀ ਗਈ ਆ। ਉਹ ਹਰਿਮੰਦਰ ਸਾਹਿਬ ਦੇ ਵਿੱਚ ਆਪਣੇ ਦੋਸਤਾਂ ਸਮੇਤ ਜਾਂਦੇ ਆ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ, ਲੰਘੇ ਕੱਲ੍ਹ ਵੀ, ਇਸ ਤੋਂ ਪਹਿਲਾਂ ਵੀ ਉਹਨਾਂ ਦੇ ਮਾਪਿਆਂ ਦੇ ਵੱਲੋਂ ਵੀ ਗੱਲ ਕਹੀ ਗਈ ਹੈ ਕਿ ਜੋ ਕੁਝ ਹੋਇਆ ਉਹਨੂੰ ਮਾਫ ਕਰ ਦਿੱਤਾ ਜਾਵੇ। ਸੁੱਚਾ ਸਿੰਘ ਲੰਗਾਹ ਦੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਕੋਲ ਇੱਕ ਤਰਲਾ ਮਾਰਿਆ। ਉਹ ਕਹਿੰਦੇ ਮੇਰੀ ਮਿੰਤ ਵੀ ਆ, ਮੇਰਾ ਤਰਲਾ ਵੀ ਆ,
ਮੇਰੀ ਬੇਨਤੀ ਅਰਦਾਸ ਵੀ ਹੈ, ਮੈਨੂੰ ਮਾਫ ਕਰ ਦਿਓ। ਮੈਥੋਂ ਜੋ ਹੋਇਆ, ਜਿਹੜੀਆਂ ਭੁੱਲਾਂ ਹੋਈਆਂ ਉਹਦੇ ਉੱਤੇ ਕਾਂਟਾ ਫੇਰ ਕੇ ਤੇ ਮੈਨੂੰ ਵਾਪਸ ਪੰਥ ਦੇ ਵਿੱਚ ਲੈ ਲਿਆ ਜਾਵੇ। ਆਪਾਂ ਜਾਣਦੇ ਕਿ ਸੁੱਚਾ ਸਿੰਘ ਲੰਗਾਹ ਦਾ ਕਥਿਤ ਤੌਰ ਦੇ ਉੱਤੇ ਇੱਕ ਸੀੜੀ ਵਿਵਾਦ ਪੈਦਾ ਹੋਇਆ ਸੀ, ਫਿਰ ਪੰਥ ਚੋਂ ਕੱਢਿਆ, ਪਾਰਟੀ ਚੋਂ ਕੱਢਿਆ, ਬਹੁਤ ਕੁਝ ਹੋਇਆ ਇਸ ਮਾਮਲੇ 'ਚ। ਫਿਰ ਉਸ ਤੋਂ ਬਾਅਦ ਕਈ ਹੋਰ ਨਵੇਂ ਮਾਮਲੇ ਆਏ। ਉਸ ਔਰਤ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਮੈਨੂੰ ਇਸ ਬਾਬਤ ਪਤਾ ਕੁਝ ਨਹੀਂ ਗਾ, ਮੈਂ ਜਾਣਦੀ ਨਹੀਂ ਇਹਨਾਂ ਨੂੰ। ਅਦਾਲਤ ਦੇ ਵੱਲੋਂ ਸੁੱਚਾ ਸਿੰਘ ਲੰਗਾਹ ਨੂੰ ਇਸ ਮਾਮਲੇ ਦੇ ਵਿੱਚੋਂ ਬਿਲਕੁਲ ਬਰੀ ਕਰ ਦਿੱਤਾ ਗਿਆ, ਪਰ ਪੰਥ ਦੇ ਵਿੱਚ ਵਾਪਸ ਨਹੀਂ ਲਿਆ ਗਿਆ। ਹੁਣ ਭਰੋਸੇਯੋਗ ਸੂਤਰ ਇਹ ਗੱਲ ਦੱਸਦੇ ਆ ਕਿ ਸੁੱਚਾ ਸਿੰਘ ਲੰਗਾਹ ਨੂੰ ਜੇਕਰ ਪੰਥ ਦੇ ਵਿੱਚ ਵਾਪਸ ਲੈ ਲਿਆ ਜਾਂਦਾ, ਫਿਰ ਉਹਨਾਂ ਦਾ ਅਕਾਲੀ ਦਲ ਦੇ ਵਿੱਚ ਵੀ ਰਾਹ ਪੱਧਰਾ ਹੋ ਸਕਦਾ, ਫਿਰ ਉਹ ਚੋਣ ਵੀ ਲੜ ਸਕਦੇ ਆ। ਸੋ ਇਸ ਕਰਕੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੇਰੀ ਪੰਥ ਦੇ ਵਿੱਚ ਵਾਪਸੀ ਹੋ ਜੇ। ਕੀ ਉਹਨਾਂ ਦੀ ਪੰਥ ਦੇ ਵਿੱਚ ਵਾਪਸੀ ਹੋਊ ਜਾਂ ਨਹੀਂ? ਕੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਤੇ ਨਿਗਾਹ ਇਹੋ ਜਿਹੀ ਕਰਨਗੇ ਕਿ ਨਹੀਂ ਸਵੱਲੀ? ਕੀ ਉਹਨਾਂ ਨੂੰ ਜੇਕਰ ਪੰਥ ਦੇ ਵਿੱਚ ਵਾਪਸ ਲਿਆ ਜਾਂਦਾ ਤਾਂ ਸਿੱਖ ਜਥੇਬੰਦੀਆਂ ਇਸ ਗੱਲ ਦੇ ਉੱਤੇ ਇਤਰਾਜ਼ ਕਰਨਗੀਆਂ ਕਿ ਨਹੀਂ? ਕੀ ਸੁੱਚਾ ਸਿੰਘ ਲੰਗਾਹ ਨੂੰ ਵਾਪਸ ਰਾਜਨੀਤੀ ਵਿੱਚ ਸਰਗਰਮ ਹੋਣ ਦਾ ਮੌਕਾ ਮਿਲੂਗਾ ਕਿ ਨਹੀਂ? ਇਹ ਸਾਰੀਆਂ ਗੱਲਾਂ ਵਕਤ ਦੇ ਗਰਭ ਦੇ ਵਿੱਚ ਲੁਕੀਆਂ ਹੋਈਆਂ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਆਗਿਆ। ਬਹੁਤ ਬਹੁਤ ਮਿਹਰਬਾਨੀ।